गुरु सुवारे प्रेमी सतसंगी जनों, वड भागे हो आप जी सतगुरां दी पावन हजूरी विच सत संगत करन दा सुभाग आप जी नूं प्राप्त होया है। धन धन साहिब श्री गुरु हरकृष्ण जी महाराज सच्चे पातशाह जी दे पावन अस्थान गुरुद्वारा श्री बंगला साहिब विखे इत्थों दी मर्यादा दे मुताबक आप जी निता प्रति सतगुरां दी पावन बाणी दी विचार सरवण कर दिओ। अज दा पावन शब्द जिस दा मूल पाठ सिंह साहब ज्ञानी रणजीत सिंह जी हैड ग्रंथी पासों आप जी ने सरवण किया है। सतगुरां दी किरपा द्वारा आप सारिਆਂ ने मिल के पावन शब्द की विचार सांझी करनी है। गुरबाणी कीर्तन गुरु सुवारे गुरु के कीर्तनीय आप जी नूं सरवण करा के गए ने। आओ सतगुरां दी किरपा दे पात्र जिन्ने भी सतसंगी गुरु चरनां विच जुड़े हो या लाइव प्रोग्राम दे राहीं देश विदेश दे अंदर इस सुभागे समय की संभाल कर रहे हो, सारे सुरतियां बिरतियां नूं टिकाओ। गुरु शब्द गुरु चरनां दे नाल जोड़ो। रसना करो पवित्र गज के बोलो सतनाम वाहिगुरू। एक बारी फिर कृपा करो गज के बोलो सतनाम वाहिगुरू। सतनाम श्री वाहिगुरु साहिब जी। गौड़ी पूरबी महला चौथा। गौड़ी राग है। गौड़ी राग दियां कई किस्मां ने। इस शब्द दे नाल गौड़ी पूरबी वरत्या। महला चौथा तो भाव है गुरु नानक पातशाह जी दे चौथे स्वरूप धन धन गुरु रामदास पातशाह जी दा ये पावन शब्द है। गुरमत बाजै शब्द अनाहद, गुरमत मनुआ गावै। शब्द दी पहली पंक्ति दे विच सतगुरु किरपा करदे ने। गुरमत बाजै शब्द अनाहद, गुरमत मनुआ गावै। गुरमत शब्द इस शब्द दे विच बार बार रिपीट कीता है। भावें ये शब्द अखर उचारण करन लगियां बहुत छोटा है, पर इस दे अर्थां नूं समझिए ते साध संगत सानू सतगुरां दी किरपा अकाल पुरख दी किरपा इस अखर दे राहीं जीवन दे अंदर प्राप्त हो सकदी है। कहन मात्र ये अखर बहुत वरत्या जांदा है। आ जिन्ने कीर्तन दरबार हुंदे ने, कथा दरबार हुंदे ने, उन्हां दी अनाउंसमेंट या इश्तिहारबाजी जदों कीती जांदी है, अखर वरत्या जांदा है गुरमत समागम। ठीक है
ਜਿੱਥੇ ਗੁਰਬਾਣੀ ਦਾ ਕੀਰਤਨ ਹੈ, ਗੁਰਬਾਣੀ ਦੀ ਕਥਾ ਹੈ, ਵਿਚਾਰ ਹੈ, ਉਸ ਸਮਾਗਮ ਵਾਸਤੇ ਇਹ ਅੱਖਰ ਵਰਤਣਾ ਬੜਾ ਹੀ ਢੁਕਦਾ ਹੈ। ਪਰ ਵੇਖਣਾ ਆਪਾਂ ਨੇ ਇਹ ਹੈ ਕਿ ਜਿੰਨੇ ਵੀ ਸਮਾਗਮ ਹੁੰਦੇ ਹਨ ਉਹਨਾਂ ਦੇ ਵਿੱਚ ਕਿੰਨੀ ਕੁ ਗੁਰੂ ਦੀ ਜਿਹੜੀ ਮੱਤ ਹੈ ਉਹ ਵਰਤੀ ਜਾਂਦੀ ਹੈ, ਜਾਂ ਕਿੰਨੇ ਹਨ ਜਿਹੜੇ ਸ਼ਰਧਾਲੂ ਪ੍ਰੇਮੀ ਆਏ ਉਹਨਾਂ ਨੇ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕੀਤਾ ਹੈ। ਕਿਉਂਕਿ ਹਰ ਸਮਾਗਮ ਦੀ ਆਉਟਪੁੱਟ ਹੁੰਦੀ ਹੈ, ਨਤੀਜਾ ਕੀ ਹੈ, ਰਿਜ਼ਲਟ ਕੀ ਹੈ, ਇਹ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਤੇ ਸਾਨੂੰ ਯਾਨੀ ਸ਼ਬਦ ਦੇ ਨਾਲ ਵਰਤਿਆ, ਜਿਹਨੂੰ ਆਪਾਂ ਕਹਿੰਦੇ ਅਣਜਾਣ। ਸਤਿਗੁਰੂ ਜੀ ਆਖਦੇ ਨੇ, ਹੇ ਅਣਜਾਣ ਬੰਦੇ, ਜੇ ਤੂੰ ਰੱਬ ਦੀ ਭਗਤੀ ਕਰਨੀ ਹੈ, ਵੈਸੇ ਜੇ ਸ਼ਬਦ ਮੈਂ ਵਰਤਿਆ, ਮਨੁੱਖਾ ਜੀਵਨ ਜਿਹੜਾ ਮਿਲਿਆ ਹੀ ਰੱਬ ਦੀ ਇਬਾਦਤ ਕਰਨ ਵਾਸਤੇ ਆ, ਰੱਬ ਦੀ ਬੰਦਗੀ ਕਰਨ ਵਾਸਤੇ ਆ। ਜੇ ਸ਼ਬਦ ਮੈਂ ਤਾਂ ਵਰਤਿਆ ਵੀ ਇਸ ਕਰਮ ਨੂੰ ਅਸੀਂ ਬਹੁਤ ਘੱਟ ਧਿਆਨ ਦੇ ਕੇ ਆਪਣੇ ਜੀਵਨ ਦੇ ਅੰਦਰ ਵਰਤਦੇ ਹਾਂ। ਸਾਰੀ ਜ਼ਿੰਦਗੀ ਸਾਡੀ ਦੁਨਿਆਵੀ ਕਿਰਤ ਵਿਰਤ ਕਰਦਿਆਂ ਹੀ ਲੰਘ ਜਾਂਦੀ ਹੈ। ਪਰ ਜਿਹੜੀ ਬੰਦਗੀ ਵਾਲੀ ਗੱਲ ਹੈ ਉਹ ਸਾਡੇ ਜੀਵਨ ਦੇ ਅੰਦਰ ਬਹੁਤ ਘੱਟ ਹੈ। ਵੈਸੇ ਅਸੀਂ ਪੜ੍ਹਦੇ ਹਾਂ, ਬੰਦੇ ਬੰਦਗੀ ਇਖਤਿਆਰ, ਐ ਬੰਦੇ ਤੂੰ ਆਪਣੇ ਜੀਵਨ ਦੇ ਅੰਦਰ ਰੱਬ ਦੀ ਬੰਦਗੀ ਨੂੰ ਅਖਤਿਆਰ ਕਰ, ਅਪਣਾਉਣਾ ਕਰ, ਆਪਣੇ ਜੀਵਨ ਦੇ ਅੰਦਰ ਕਰ। ਇੱਥੋਂ ਤੱਕ ਗੁਰਬਾਣੀ ਗੁਰੂ ਨੇ ਸਾਡੇ ਉੱਤੇ ਕਿਰਪਾ ਕੀਤੀ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਜਦੋਂ ਤੱਕ ਤੇਰੇ ਅੰਦਰ ਸਵਾਸ ਚੱਲ ਰਹੇ ਹਨ, ਪਹਿਲੇ ਸਵਾਸ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕਰ। ਰੱਬ ਕੋਲੋਂ, ਰੱਬ ਦੇ ਪਿਆਰਿਆਂ ਨੇ ਬੜਾ ਕੁਝ ਮੰਗਿਆ ਤੇ ਨਾਲ ਸਾਨੂੰ ਇਹ ਪ੍ਰੇਰਣਾ ਕੀਤੀ, ਭਾਈ ਜੋ ਕੁਝ ਵੀ ਰੱਬ ਦੇ ਦਰ ਤੋਂ ਮੰਗਾਂਗੇ ਸਾਨੂੰ ਉਹ ਜੀਵਨ ਦੇ ਅੰਦਰ ਪ੍ਰਾਪਤ ਹੋਵੇਗਾ, ਕਿਉਂਕਿ ਰੱਬ ਹਰ ਚੀਜ਼ ਦੇਣ ਦੇ ਸਮਰੱਥ ਹੈ। ਇਸੇ ਵਾਸਤੇ ਉਹਨੂੰ ਦਾਤਾ ਕਿਹਾ ਹੈ। ਸਾਧ ਸੰਗਤ, ਜਿੱਥੇ ਵੀ ਮੰਗਾਂਗੇ, ਜਦੋਂ ਵੀ ਮੰਗਾਂਗੇ, ਜਿਸ ਸਮੇਂ ਮੰਗਾਂਗੇ, ਵਾਹਿਗੁਰੂ ਪਰਮਾਤਮਾ ਹਰ ਸਮੇਂ, ਹਰ ਥਾਂ, ਹਰ ਵੇਲੇ ਹਰ ਬੰਦੇ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ। ਤੇ ਬੜੇ ਪਿਆਰੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਹੁਣ ਇਹ ਅੱਖਰ ਆਪਾਂ ਜਦੋਂ ਅਰਥ ਕਰਾਂਗੇ ਤੇ ਕੋਈ ਔਖੇ ਨਹੀਂ। ਜੋ ਜੋ ਮੰਗਾਂਗੇ ਵਾਹਿਗੁਰੂ ਪਰਮਾਤਮਾ ਦੇ ਕੋਲੋਂ, ਸੋ ਵਾਹਿਗੁਰੂ ਪਰਮਾਤਮਾ ਦੇਣ ਦੇ ਸਮਰੱਥ ਹੈ। ਤੇ ਪਿਆਰਿਓ, ਅਸੀਂ ਦੁਨਿਆਵੀ ਦਾਤਾਂ ਰੱਬ ਕੋਲੋਂ ਹੀ ਮੰਗਣੀਆਂ ਨੇ। ਰੱਬ ਨੇ ਸਾਨੂੰ ਦੁਨਿਆਵੀ ਦਾਤਾਂ ਦੇਣੀਆਂ ਨੇ, ਕਿਉਂਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਰੱਬ ਹੀ ਦਿੰਦਾ ਹੈ ਸਾਰਿਆਂ ਨੂੰ ਦਾਤਾ, ਤੇ ਉਸ ਰੱਬ ਦੀ ਇਬਾਦਤ ਆਪਾਂ ਆਪਣੇ ਜੀਵਨ ਦੇ ਅੰਦਰ ਕਰਨੀ ਹੈ। ਬਾਬਾ ਫਰੀਦ ਜੀ ਦੇ ਬੜੇ ਪਿਆਰੇ ਬਚਨ ਨੇ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਵਾਹਿਗੁਰੂ ਜੀ, ਮੈਂ ਤੇਰੇ ਦਰ ਤੋਂ ਮੰਗਦਾ ਹਾਂ, ਮੇਰੇ ਉੱਤੇ ਕਿਰਪਾ ਕਰ, ਮੈਨੂੰ ਆਪਣੀ ਭਗਤੀ ਦੀ ਦਾਤ ਦੇ। ਮੈਂ ਬੇਨਤੀ ਕਰ ਰਿਹਾ ਸੀ, ਸਾਧ ਸੰਗਤ, ਰੱਬ ਦੀ ਭਗਤੀ ਕਰਨੀ ਹਰ ਇਨਸਾਨ ਦਾ ਫਰਜ਼ ਹੈ। ਭਾਵੇਂ ਉਹ ਸਿੱਖ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਈਸਾਈ ਹੋਵੇ, ਭਾਵੇਂ ਹਿੰਦੂ ਹੋਵੇ, ਕਿਸੇ ਮਜ਼ਹਬ ਨਾਲ ਸੰਬੰਧਿਤ ਹੋਵੇ,
पर इबादत करनी, हाँ इबादत करन दा ढंग हर धर्म ने हर मजहब ने अपने अपने ढंग नाल दस्या है, पर करनी जरूर है। क्योंकि आपां जदों भोग दे श्लोक पढ़दे हां ना अखीर विच बाणी दे विच, महाराज ने उत्थे एक बड़ी प्यारी गल कीती, गुण गोबिंद गायो नहीं जन्म आकारथ कीन। बंदिया तू गुण गाने सी, रब दी बंदगी करनी सी, रब दी इबादत करनी सी, रब दियां सिफतां करनियां सी, पर तू कीतियां नहीं। ते नाल ही दस दिता भी नहीं कीतियां ना, इसका रिजल्ट की निकलिया, प्रमाण की निकलिया। महाराज आखदे ने प्यारिया ध्यान रखी, जन्म अजाई चला गया, जन्म एवें ही बतीत हो गया। क्योंकि दीन बिसारियो रे दीवाने, दीन बिसारियो रे पेट भरियो, पसवा जो सोयो मनुख जन्म है हारियो। मैं बेनती कर रहा सी, रब दी इबादत करनी है, रब दी बंदगी करनी है, पर बंदगी कदों होवेगी? सतगुरु महाराज आखदे ने जदों गुरु दी मत जीवन दे अंदर धारण करांगे। हाँ, जिन्हां ने गुरु दी मत नूं धारण नहीं कीता, बड़े सियाने सियाने इंसान विद्वान लोग इस दुनिया दे अंदर आए, पर साध संगत इबादत तो बगैर उन्हां दा सारा जीवन इदाई चला गया, इस भव सागर दे अंदर डुब गए। भाव फिर जन्म मरण दा चक्कर उन्हां दे उत्ते लागू हो गया। मैं इत्थे एक बेनती करांगा, सुकरात नदी किनारे जिहड़ा ना साध संगत तुरिया जा रहा है, बैठा होया अपने टिकाने ते एक बच्चा, ते बच्चा जिहड़ा ना वो रो रहा है, ते बच्चे नूं सुकरात पुछदा है बच्चे नूं भी तू रो क्यों रहा है? उन्हें जवाब दिता, कहन लगा भी मेरे रोन दा कारण यह है कि मैं ऐ समुंदर किनारे सवेर दा खड़ा होया हां, ते आ मेरे हाथ दे विच बर्तन है, ते मैं कही जा रहा हां कि ऐ समुंदर इस बर्तन दे अंदर बंद हो जावे, ते मेरी इच्छा पूरी नहीं हो रही। क्योंकि समुंदर जिहड़ा है ना वो बर्तन दे विच बंद नहीं हो रहा। ते ध्यान देविओ साध संगत, इधर सुकरात जिहड़ा ना जदों गल सुनदा है ते वो भी नाल दी नाल रोन लग पैंदा है। हुण बच्चा पुछदा है भी तू क्यों रोना है, तेरे रोन दा कारण की है? ध्यान देविओ साध संगत, कहन लगा पुत्र तेरे वाली हालत मेरी भी जीवन दे अंदर है। जिस राह तू तुरिया होया है, इस राह ही मैं तुरिया होया हां। कहंदे ने बच्चे ने की कीता, सामने वेख के ना सुकरात दे ਉਹ ਜਿਹੜਾ ਪਿਆਲਾ ਹੱਥ ਵਿੱਚ ਫੜਿਆ ਹੋਇਆ ਸੀ, ਜਿਸ ਵਿੱਚ ਸਮੁੰਦਰ ਬੰਦ ਕਰਨਾ ਚਾਹੁੰਦਾ ਸੀ, ਬਸ ਵਗਾ ਕੇ ਸਮੁੰਦਰ ਦੇ ਅੰਦਰ ਮਾਰਿਆ ਤੇ ਖਿੜਖੜਾ ਕੇ ਹੱਸ ਪਿਆ, ਹੱਸਣ ਲੱਗ ਪਿਆ। ਜਦੋਂ ਹੱਸਿਆ ਤੇ ਸੁਕਰਾਤ ਨੇ ਪੁੱਛਿਆ ਵੀ ਹੁਣ ਕਿਉਂ ਹੱਸਦਾ ਹੈ? ਕਹਿਣ ਲੱਗਾ ਵੀ ਮੈਂ ਸੋਚਿਆ ਰੱਬ ਨੇ ਮੈਨੂੰ ਅਕਲ ਦਿੱਤੀ, ਬੁੱਧ ਦਿੱਤੀ, ਜੇ ਪਿਆਲਾ ਸਮੁੰਦਰ ਦੇ ਵਿੱਚ, ਪਿਆਲੇ ਵਿੱਚ ਸਮੁੰਦਰ ਬੰਦ ਨਹੀਂ ਹੋ ਸਕਦਾ, ਤੇ ਘੱਟੋ ਘੱਟ ਜਿਹੜਾ ਹੈ ਨਾ ਸਮੁੰਦਰ ਦੇ ਵਿੱਚ ਪਿਆਲਾ ਜਿਹੜਾ ਹੈ ਇਹ ਤਾਂ ਜਾ ਸਕਦਾ ਹੈ, ਉਸ ਵਿੱਚ ਸਮਾ ਸਕਦਾ ਹੈ। ਸੁਕਰਾਤ ਕਹਿਣ ਲੱਗਾ ਪੁੱਤਰਾ ਮੇਰੀ ਵੀ ਹਾਲਤ ਬਿਲਕੁਲ ਇਹ ਹੈ, ਮੈਂ ਬੁੱਧੀ ਰੂਪੀ ਪਿਆਲੇ ਦੇ ਅੰਦਰ ਰੱਬ ਦੀ ਜਿਹੜੀ ਕੁਦਰਤ ਹੈ ਇਹਨੂੰ ਬੰਦ ਕਰਨਾ ਚਾਹੁੰਦਾ ਹਾਂ, ਪਰ ਕਰ ਮੈਂ ਵੀ ਨਹੀਂ ਸਕਿਆ। ਪਰ ਤੇਰੇ ਕੋਲੋਂ ਇਹ ਗੁਣ ਮਿਲ ਗਿਆ ਹੈ, ਜੇ ਮੈਂ ਕਾਦਰ ਦੀ ਕੁਦਰਤ ਨੂੰ ਆਪਣੀ ਬੁੱਧੀ ਰੂਪੀ ਪਿਆਲੇ ਦੇ ਵਿੱਚ ਨਹੀਂ ਬੰਦ ਕਰ ਸਕਦਾ, ਘੱਟੋ ਘੱਟ ਰੱਬ ਦੀ ਕਿਰਪਾ ਦਾ ਪਾਤਰ ਬਣ ਕੇ, ਰੱਬ ਦੀ ਬਖਸ਼ਿਸ਼ ਦਾ ਪਾਤਰ ਬਣ ਕੇ, ਉਸ ਦੇ ਗੁਣ ਗਾ ਕੇ ਉਸ ਦੀ ਕਿਰਪਾ ਦਾ ਪਾਤਰ ਤਾਂ ਬਣ ਸਕਦਾ ਨਾ। ਸਾਧ ਸੰਗਤ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ बड़ा प्यारा बचन किया है। सतगुरु महाराज कृपा करदे ने, गुर की मत तो लह आने, भगत बिना बहु डूबे सियाने। ऐ अनजान बंदे अपनी मत दा त्याग कर ते गुरु दी मत अपने जीवन दे अंदर धारण कर लै। गुरु दी मत अनुसार तुर पै, फिर रब दी इबादत तू कर सकदा है, बंदगी कर सकदा है। नहीं तां सियाने सियाने बंदे इस संसार समुंदर दे अंदर रब दी भगती तो बगैर डुब गए ने। भाई गुरदास जी नूं पुछिए,
ਭਾਈ ਸਾਹਿਬ ਜੀ ਕਿਰਪਾ ਕਰਕੇ ਦੱਸੋ, ਜੇ ਗੁਰੂ ਦੀ ਮੱਤ ਜੀਵਨ ਦੇ ਅੰਦਰ ਆ ਜਾਵੇ ਤੇ ਫਿਰ ਜੀਵਨ ਦੇ ਅੰਦਰ ਤਬਦੀਲੀ ਕੀ ਆਂਦੀ, ਕਿਰਪਾ ਕੀ ਹੁੰਦੀ, ਬਖਸ਼ਿਸ਼ ਕੀ ਹੁੰਦੀ ਹੈ? ਤੇ ਭਾਈ ਸਾਹਿਬ ਜੀ ਨੇ ਕੁਝ ਦੁਨਿਆਵੀ ਪ੍ਰਮਾਣ ਸਾਡੀ ਜ਼ਿੰਦਗੀ ਦੇ ਵਿੱਚੋਂ ਦਿੱਤੇ। ਭਾਈ ਸਾਹਿਬ ਕਹਿੰਦੇ ਨੇ, ਤੁਸੀਂ ਵੇਖਦੇ ਹੋ ਨਾ, ਜਦੋਂ ਹਵਾ ਚੱਲਦੀ ਹੈ ਤੇ ਪਤੰਗ ਜਿਹੜੀ ਨਾ ਉਹ ਅਸਮਾਨ ਦੇ ਅੰਦਰ ਉੱਡਦੀ ਹੈ, ਪਰ ਜਦੋਂ ਹਵਾ ਬੰਦ ਹੋ ਜਾਵੇ ਤੇ ਫਿਰ ਜਿਹੜੀ ਪਤੰਗ ਹੈ ਉਹ ਉੱਡ ਨਹੀਂ ਸਕਦੀ। ਦੂਜਾ ਦ੍ਰਿਸ਼ਟਾਂਤ ਉਦਾਹਰਨ ਦਿੱਤੀ ਕਿ ਤੁਸੀਂ ਵੇਖਦੇ ਹੋ, ਡੋਰੀ ਨੂੰ ਵੱਟ ਚੜਿਆ ਹੋਵੇ, ਲਾਟੂ ਉਸ ਦੇ ਨਾਲ ਬੰਨਿਆ ਹੋਵੇ, ਜਦੋਂ ਤੱਕ ਡੋਰੀ ਨੂੰ ਵੱਟ ਚੜਿਆ ਹੋਇਆ ਉਦੋਂ ਤੱਕ ਲਾਟੂ ਘੁੰਮੇਗਾ। ਜਦੋਂ ਵੱਟ ਲੈ ਜਾਵੇਗਾ ਨਾ, ਉਸ ਤੋਂ ਬਾਅਦ ਉਹ ਲਾਟੂ ਘੁੰਮੇਗਾ ਨਹੀਂ। ਫਿਰ ਤੀਜੀ ਉਦਾਹਰਨ ਦਿੱਤੀ, ਸੋਨਾ ਮਿਲਾਵਟ ਵਾਲਾ ਹੋਵੇ ਤੇ ਕੁਠਾਰੀ ਦੇ ਵਿੱਚ ਸੁਨਿਆਰ ਜਦੋਂ ਪਾਉਂਦਾ ਉਹਨੂੰ ਸ਼ੁੱਧ ਕਰਨ ਦੇ ਲਈ, ਜਦੋਂ ਤੱਕ ਮਿਲਾਵਟ ਹੈ ਤਦੋਂ ਤੱਕ ਉਹ ਸੋਨਾ ਕੁਠਾਰੀ ਦੇ ਵਿੱਚ ਘੁੰਮਦਾ ਰਹੇਗਾ, ਪਰ ਜਦੋਂ ਸੋਨਾ ਸ਼ੁੱਧ ਹੋ ਜਾਵੇਗਾ, ਮਿਲਾਵਟ ਨਿਕਲ ਜਾਵੇਗੀ, ਤੇ ਫਿਰ ਉਹ ਸੋਨਾ ਠਹਿਰ ਜਾਂਦਾ ਹੈ, ਰੁਕ ਜਾਂਦਾ ਹੈ, ਫਿਰ ਉਹ ਘੁੰਮਦਾ ਨਹੀਂ। ਭਾਈ ਸਾਹਿਬ ਜੀ ਨੇ 3 ਉਦਾਹਰਨਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਦਿੱਤੀਆਂ। ਭਾਈ ਸਾਹਿਬ ਆਖਦੇ ਨੇ, ਪਵਨ ਗਵਨ ਜੈਸੇ ਗੁੱਡੀਆ ਉਡਤ ਰਹਿ, पवन रहत गुडी उड़ न सकत है, डोरी की मरोर जैसे लटवा फिरत रहे, हाओ ताओ मिटै गिर परै हुए थकत है, कंचन असुध ज्यों कुठारी ठहरात नाहि, शुद्ध पै नेचर शब को शकत है। फिर अखीर विच किरपा कीती, दुरमत दुबदा भ्रमत है चतर कुंट, ਜਦੋਂ ਤੱਕ ਅੰਦਰ ਭੈੜੀ ਮਤ ਹੈ, ਦੁਬਦਾ ਹੈ, ਦਵੈਤ ਹੈ, ਤਦੋਂ ਤੱਕ ਇਹ ਮਨ ਜਿਹੜਾ ਨਾ ਸਾਧ ਸੰਗਤ ਚਾਰ ਚਫੇਰੇ ਘੁੰਮਦਾ ਰਹੇਗਾ, ਉਡਾਰੀਆਂ ਮਾਰਦਾ ਰਹੇਗਾ। ਕਬ ਹੂੰ ਜੀੜਾ ਊਬ ਚੜਤ ਹੈ, ਕਬ ਹੂੰ ਜਾਏ ਪਿਆਲੇ, ਦੁਰਮਤ ਦੁਬਦਾ ਭ੍ਰਮਤ ਚਤਰ ਕੁੰਟ, ਗੁਰਮਤ ਏਕ ਟੇਕ ਮੌਨ ਨਾ ਭਗਤ ਹੈ। ਜਿਨ੍ਹਾਂ ਨੇ ਗੁਰੂ ਦੀ ਮੱਤ ਦਾ ਆਸਰਾ ਲੈ ਲਿਆ, ਗੁਰੂ ਦੇ ਉਪਦੇਸ਼ ਨੂੰ ਜੀਵਨ ਦੇ ਅੰਦਰ ਧਾਰਨ ਕਰ ਲਿਆ। ਵੈਸੇ ਮੈਂ ਬੇਨਤੀ ਕਰ ਦੇਵਾਂ, ਸਾਧ ਸੰਗਤ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਥ ਭੀੜੀ। ਗੁਰਮਤ ਨੂੰ ਕਮਾਉਣਾ ਜੀਵਨ ਦੇ ਅੰਦਰ ਇਉਂ ਹੈ ਜਿਵੇਂ ਖੰਡੇ ਦੀ ਧਾਰ ਤੇ ਚੱਲਣਾ, ਭੀੜੀ ਗਲੀ ਦੇ ਵਿੱਚੋਂ ਲੰਘਣਾ। ਬਾਬਾ ਨਾਨਕ ਜੀ ਨੇ ਇਹਨੂੰ ਇਉਂ ਕਹਿ ਦਿੱਤਾ ਹੈ, ਜਾਓ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨ ਕੀਜੈ। ਗੁਰੂ ਦੀ ਮੱਤ ਤੇ ਚੱਲਣ ਵਾਸਤੇ ਸਾਧ ਸੰਗਤ ਇਉਂ ਹੀ ਜੀਵਨ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਦਾ ਜਿਹੜਾ ਹੈ ਉਹ ਮੁਕਾਬਲਾ ਕਰਨਾ ਪੈਂਦਾ ਹੈ। ਕਈ ਗੱਲਾਂ ਜਿਹੜੀਆਂ ਹਨ ਉਹਨਾਂ ਨੂੰ ਜੀਵਨ ਦੇ ਅੰਦਰ ਛੱਡਣਾ ਪੈਂਦਾ ਹੈ, ਕਿਉਂਕਿ ਕੰਮ ਉਹ ਜੀਵਨ ਦੇ ਅੰਦਰ ਧਰਨ ਕਰਨਾ ਹੈ ਜਿਹੜਾ ਸਾਨੂੰ ਗੁਰੂ ਦੇ ਨੇੜੇ ਲੈ ਜਾਵੇ। ਪਰ ਅੱਜ ਅਸੀਂ ਧਿਆਨ ਮਾਰਨਾ ਹੈ, ਬਾਣੀ ਪੜ੍ਹਦਿਆਂ ਵੀ, ਕੀਰਤਨ ਸਰਵਨ ਕਰਦਿਆਂ ਵੀ, ਕਥਾ ਵਿਚਾਰਾਂ ਸੁਣਦਿਆਂ ਵੀ ਗੁਰਮਤ ਘੱਟ ਹੈ ਤੇ ਮਨ ਮਤ ਜਿਹੜੀ ਹੈ ਇਹ ਸਾਡੇ ਹਰ ਕੰਮ ਦੇ ਵਿੱਚ ਜ਼ਿਆਦਾ ਹੈ। ਫਿਰ ਧਿਆਨ ਦੇਵਿਓ, ਗੁਰਮਤ ਦਾ ਜਿਹੜਾ ਰਾਹ ਹੈ ਇਹ ਖੰਡੇ ਧਾਰ ਹੈ, ਇਹ ਭੀੜੀ ਗਲੀ ਵਾਲੀ ਗੱਲ ਹੈ। ਪਰ ਜਿਹੜਾ ਸਾਧ ਸੰਗਤ ਦੁਨੀਆ ਵਾਲਾ ਰਾਹ ਹੈ ਇਹ ਬੜਾ ਸੌਖਾ ਹੈ। ਦੁਨੀਆ ਵਾਲੇ ਰਾਹ ਤੇ ਇਉਂ ਕਹਿ ਲਈਏ ਵੀ ਜੇ ਆਪਾਂ ਪਾਣੀ ਉੱਚੀ ਜਗ੍ਹਾ ਤੇ ਲੈ ਕੇ ਜਾਣਾ ਹੋਵੇ ਤੇ ਮਸ਼ੱਕਤ ਕਰਨੀ ਪਵੇਗੀ, ਪਰ ਜੇ ਪਾਣੀ ਨਿਵਾਨ ਵਾਲੇ ਪਾਸੇ ਲਿਜਾਣਾ ਹੋਵੇ ਤੇ ਮੁਸ਼ੱਕਤ ਕਰਨ ਦੀ ਲੋੜ ਨਹੀਂ, ਮਿਹਨਤ ਕਰਨ ਦੀ ਲੋੜ ਨਹੀਂ, ਪਾਣੀ ਆਪਣੇ ਆਪ ਹੀ ਨੀਵੇਂ ਪਾਸੇ ਚਲਾ ਜਾਵੇਗਾ। ਚੰਗੇ ਪਾਸੇ ਜਾਣਾ ਹੋਵੇ ਮੁਸ਼ੱਕਤ ਕਰਨੀ ਪਵੇਗੀ, ਤੇ ਜੇ ਮਾੜੇ ਪਾਸੇ ਚੱਲਣਾ ਹੈ ਪਿਆਰਿਓ, ਫਿਰ ਤਾਂ ਵਿਕਾਰਾਂ ਵਾਲੇ ਪਾਸੇ
ਇਹ ਮਨ ਜਿਹੜਾ ਹੈ ਆਪਣੇ ਆਪ ਹੀ ਬਹਿ ਤੁਰਦਾ ਹੈ, ਕੋਈ ਮਿਹਨਤ ਕਰਨ ਦੀ ਲੋੜ ਨਹੀਂ। ਇਸੇ ਵਾਸਤੇ ਭਾਈ ਸਾਹਿਬ ਜੀ ਕਹਿੰਦੇ ਨੇ, ਦੁਰਮਤ ਦੁਬਦਾ ਭ੍ਰਮਤ ਹੈ ਚਤੁਰਕੁੰਟ, ਗੁਰਮਤ ਏਕ ਟੇਕ ਮੋਨ ਨਾ ਭਗਤ ਹੈ। ਜਿਹਨੂੰ ਗੁਰੂ ਦੀ ਮੱਤ ਆ ਗਈ, ਹੁਣ ਧਿਆਨ ਦੇਵਿਓ, ਆਪਾਂ ਬਹੁਤ ਵਾਰੀ ਇਹ ਸ਼ਬਦ ਗੌੜੀ ਰਾਗ ਦੇ ਅੰਦਰ ਵਾਰ ਦੇ ਵਿੱਚ ਪੜ੍ਹਦੇ ਆ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਹੁਣ ਇਹ ਸਾਰਾ ਸ਼ਬਦ ਆਪਾਂ ਵੇਖੀਏ ਤੇ ਸਤਿਗੁਰੂ ਮਹਾਰਾਜ ਨੇ ਸਾਡੀ ਰਿੱਤ ਦੀ ਜਿਹੜੀ ਹੈ ਰਹਿਤ, ਉਹ ਇਸ ਸ਼ਬਦ ਦੇ ਅੰਦਰ ਬਿਆਨ ਕਰ ਦਿੱਤੀ। ਪਰ ਅਖੀਰ ਵਿੱਚ ਜਾ ਕੇ ਮਹਾਰਾਜ ਕਿਰਪਾ ਕਰਦੇ ਨੇ, ਜਿਸ ਨੂੰ ਦਿਆਲ ਹੋਏ ਮੇਰਾ ਸੁਆਮੀ, ਸੋ ਗੁਰ ਸਿੱਖ ਗੁਰ ਕਾ ਉਪਦੇਸ਼ ਸੁਨਾਵੈ, ਤਿਸ ਗੁਰ ਕੋ ਗੁਰ ਸਿੱਖ ਕੋ ਗੁਰ ਉਪਦੇਸ਼ ਸੁਨਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਕਿਉਂਕਿ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਫਿਰ ਧਿਆਨ ਦੇਵਿਓ, ਗੁਰਮਤ ਮਹਾਰਾਜ ਆਖਦੇ ਨੇ ਜੀਵਨ ਦੇ ਅੰਦਰ ਆ ਜਾਵੇ। ਮੈਂ ਭਾਈ ਸਾਹਿਬ ਜੀ ਦਾ ਇੱਕ ਕਬਿੱਤ ਹੋਰ ਤੁਹਾਡੇ ਨਾਲ ਸਾਂਝਾ ਕਰਕੇ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ, ਕਿਉਂਕਿ ਗੁਰਮਤ ਸ਼ਬਦ ਬਾਰ-ਬਾਰ ਇਸ ਸ਼ਬਦ ਦੇ ਵਿੱਚ ਆਇਆ ਹੈ। ਫਿਰ ਬੇਨਤੀ ਕਰਾਂਗਾ ਸਾਧ ਸੰਗਤ, ਕਈ ਵਾਰੀ ਅਸੀਂ ਗੁਰਮਤ ਅੱਖਰ ਜਿਹੜਾ ਹੈ ਨਾ, ਇਸ ਦੀ ਵਡਿਆਈ ਨੂੰ, ਇਸ ਦੇ ਗੁਣਾਂ ਨੂੰ ਨਹੀਂ ਸਮਝਦੇ। ਪਰ ਭਾਈ ਸਾਹਿਬ ਜੀ ਕਿਰਪਾ ਕਰਦੇ ਨੇ, ਭਾਈ ਸਾਹਿਬ ਆਖਦੇ ਨੇ, ਗੁਰਮਤ ਨੂੰ ਸਤ ਕਰਕੇ ਕੋਈ ਅਸੰਤ ਜਾਂ ਅਸਾਧ ਜਾਂ ਨੀਵੇਂ ਤੋਂ ਨੀਵਾਂ ਬੰਦਾ ਵੀ ਜਿਹੜਾ ਹੈ ਨਾ, ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਵੇ, ਉਹ ਸਾਧ ਬਣ ਜਾਂਦਾ ਹੈ। ਤੇ ਆਮ ਬੰਦਾ ਜਿਹੜਾ ਦੁਨੀਆ ਦੇ ਵਿੱਚ ਵਿਚਰਨ ਵਾਲਾ ਹੈ, ਜਿਹੜਾ ਕਿਰਤਕਾਰ ਵੀ ਕਰਦਾ ਹੈ, ਸੰਸਾਰੀ ਜ਼ਿੰਮੇਵਾਰੀ ਵੀ ਨਿਭਾਉਂਦਾ ਹੈ, ਰਿਸ਼ਤੇਦਾਰੀਆਂ ਦੇ ਵਿੱਚ ਵੀ ਆਪਣੇ ਆਪ ਨੂੰ ਵਰਤਦਾ ਹੈ, ਤੇ ਮਹਾਰਾਜ ਆਖਦੇ ਨੇ, ਇਹੋ ਜਿਹਾ ਬੰਦਾ ਵੀ ਜੇ ਗੁਰਮਤ ਨੂੰ ਸਤ ਕਰਕੇ ਮੰਨ ਲਵੇ। ਗੁਰਮਤ ਕਹਿਣਾ ਹੋਰ ਗੱਲ ਹੈ, ਗੁਰਮਤ ਨੂੰ ਸਤ ਕਰਕੇ ਮੰਨਣਾ ਜਿਹੜਾ ਹੈ ਨਾ, ਇਹ ਵੱਖਰੀ ਗੱਲ ਹੈ। ਦੋਵਾਂ ਚੀਜ਼ਾਂ ਦਾ ਭੇਦ ਹੈ, ਵੱਖਰੇ ਵੱਖਰੇ ਨੇ। ਗੁਰਮਤ ਦੀਆਂ ਗੱਲਾਂ ਕਰਨੀਆਂ ਹੋਰ ਗੱਲ, ਤੇ ਗੁਰਮਤ ਨੂੰ ਸਤ ਕਰਕੇ ਮੰਨ ਲੈਣਾ। ਭਾਈ ਸਾਹਿਬ ਕਹਿੰਦੇ ਨੇ, ਆਮ ਬੰਦਾ ਇਹ ਗੁਰਮਤ ਨੂੰ ਸਤ ਕਰਕੇ ਮੰਨ ਲਵੇ, ਸੰਤ ਬਣ ਜਾਂਦਾ ਹੈ। ਕਿਉਂਕਿ ਸੰਤ ਦੀ ਜਿਹੜੀ ਡੈਫੀਨੇਸ਼ਨ ਹੈ ਨਾ, ਪਰਿਭਾਸ਼ਾ, ਉਹ ਇਹ ਨਹੀਂ ਕਿ ਉਹ ਪੱਗ ਕਿਹੋ ਜਿਹੀ ਬੰਨ੍ਹਦਾ ਹੈ, ਉਹ ਕੱਪੜੇ ਕਿਹੋ ਜਿਹੇ ਪਾਉਂਦਾ ਹੈ, ਨਹੀਂ। ਬਾਣੀ ਦੇ ਵਿੱਚ ਸੰਤ ਦੀ ਪਰਿਭਾਸ਼ਾ ਹੈ ਵੀ ਸੰਤ ਵਾਲੇ ਗੁਣ ਜੀਵਨ ਦੇ ਅੰਦਰ ਹੋਣੇ ਚਾਹੀਦੇ ਨੇ। ਫਿਰ ਭਾਈ ਸਾਹਿਬ ਕਹਿੰਦੇ ਨੇ, ਕੋਈ ਬੰਦਾ ਅਵਿਵੇਕੀ ਹੈ, ਜਿਹਨੂੰ ਗਿਆਨ ਹੀ ਕੋਈ ਨਹੀਂ, ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲਵੇ, ਵਿਵੇਕਵਾਨ ਬਣ ਜਾਂਦਾ ਹੈ, ਉਹ ਸਿਆਣਾ ਬਣ ਜਾਂਦਾ ਹੈ, ਉਹ ਗਿਆਨਵਾਨ ਬਣ ਜਾਂਦਾ ਹੈ। ਤੇ ਜਿਹੜਾ ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲੈਂਦਾ ਹੈ, ਭਾਈ ਸਾਹਿਬ ਆਖਦੇ ਨੇ, ਕਾਮੀ ਵੀ ਨਿਕਾਮੀ ਹੋ ਜਾਂਦਾ ਹੈ। ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲਵੇ, ਉਸ ਦੀਆਂ ਸਾਰੀਆਂ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ, ਉਹਨੂੰ ਕੋਈ ਇੱਛਾ ਸੰਸਾਰ ਵਿੱਚ ਨਹੀਂ ਰਹਿ ਜਾਂਦੀ। ਫਿਰ ਅੱਗੇ ਕਿਰਪਾ ਕੀਤੀ, ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲਵੇ, ਅਗਿਆਨੀ ਬ੍ਰਹਮ ਗਿਆਨੀ ਬਣ ਜਾਂਦਾ ਹੈ। ਤੇ ਜਿਸ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲਵੇ, ਉਹਨੂੰ ਕੋਈ ਜਪ ਤਪ ਜਾਂ ਪੁੱਠੇ ਲਟਕਣ ਦੀ ਲੋੜ ਨਹੀਂ, ਉਹਨੂੰ ਘਰ ਵਿੱਚ ਬੈਠਿਆਂ ਹੀ ਸਹਿਜ ਜਿਹੜਾ ਹੈ ਨਾ, ਉਹ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਂਦਾ ਹੈ। ਇੱਕ ਮੁਕਤੀ ਹੈ ਜਿਹੜੀ ਮਰਨ ਤੋਂ ਬਾਅਦ ਲੋਕ ਮੰਨਦੇ ਨੇ, ਪਰ ਭਾਈ ਸਾਹਿਬ ਕਹਿੰਦੇ ਨੇ, ਜਿਹੜੇ ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲੈਂਦੇ ਨੇ, ਉਹਨਾਂ ਨੂੰ ਜਿਉਂਦਿਆਂ ਹੀ ਜੀਵਨ ਮੁਕਤ ਹੋ ਜਾਂਦੇ ਨੇ, ਤੇ ਉਹਨਾਂ ਦਾ ਘਰ ਉੱਥੇ ਬਣ ਜਾਂਦਾ ਹੈ ਜਿੱਥੇ ਕਦੀ ਉਹ ਘਰ, ਉਹ ਟਿਕਾਣਾ ਚਲਾਏ ਮਾਨ ਨਹੀਂ ਹੁੰਦਾ। ਭਾਈ ਸਾਹਿਬ ਜੀ ਦੇ ਪਿਆਰੇ ਬਚਨ ਨੇ, ਗੁਰਮਤ ਸਤ ਕਰ ਅਦਮ ਅਸਾਧ ਸਾਧ, ਗੁਰਮਤ ਸਤ ਕਰ ਸੰਤ ਜੰਤ ਸੰਤ ਨਾਮ ਹੈ। ਗੁਰਮਤ ਸਤ ਕਰ ਅਵਿਵੇਕੀ ਹੋਏ ਵਿਵੇਕੀ, ਗੁਰਮਤ ਸਤ ਕਰ ਨਾ ਕਾਮ ਨਿਹ ਕਾਮ ਹੈ। ਗੁਰਮਤ ਸਤ ਕਰ ਅਗਿਆਨੀ ਬ੍ਰਹਮ ਗਿਆਨੀ, ਗੁਰਮਤ ਸਤ ਕਰ ਸਹਿਜ ਵਿਸ਼ਰਾਮ ਹੈ। ਗੁਰਮਤ ਸਤ ਕਰ ਜੀਵਨ ਮੁਕਤ ਭਏ, ਗੁਰਮਤ ਸਤ ਕਰ, ਭਾਈ ਸਾਹਿਬ ਆਖਦੇ ਨੇ, ਗੁਰਮਤ ਸਤ ਕਰ ਨਿਚਲ ਧਾਮ ਹੈ।
ਸਤਿਗੁਰੂ ਕਿਰਪਾ ਕਰਨ ਸਾਨੂੰ ਗੁਰੂ ਦੀ ਮੱਤ ਆ ਜਾਵੇ ਤੇ ਅਸੀਂ ਇਹ ਬਚਨ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਈਏ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹੁਣ ਇੱਥੇ ਮਹਾਰਾਜ ਪਹਿਲੀ ਪੰਕਤੀ ਦੇ ਅੰਦਰ ਕਿਰਪਾ ਕਰਦੇ ਨੇ, ਗੁਰਮਤ ਨੂੰ ਜਿਹੜਾ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈਂਦਾ ਹੈ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ ਲੈਂਦਾ ਹੈ, ਗੁਰੂ ਦੀ ਮੱਤ ਅਨੁਸਾਰ ਚੱਲ ਪੈਂਦਾ ਹੈ, ਜਿਸ ਦੇ ਉੱਤੇ ਇਹ ਬਚਨ ਟੁਕ ਜਾਂਦੇ ਹਨ, ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਦ ਦਾ ਰਾਖਾ ਆਪ, ਅਕਾਲ ਪੁਰਖ ਵਾਹਿਗੁਰੂ। ਫਿਰ ਧਿਆਨ ਦੇਵਿਓ, ਉਹ ਆਪਣੇ ਜੀਵਨ ਦੇ ਅੰਦਰ ਗੁਰੂ ਦਾ ਉਪਦੇਸ਼ ਕਮਾਂਦਾ ਹੈ ਤੇ ਸ਼ਬਦ ਜਿਹੜਾ ਹੈ ਨਾ, ਸਾਧ ਸੰਗਤ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਵਾਲਾ, ਉਸ ਦਾ ਰਸ, ਇੱਕ ਰਸ ਜਿਹੜਾ ਹੈ ਨਾ ਉਹ ਬਣਿਆ ਰਹਿੰਦਾ, ਰਸ ਕਦੀ ਟੁੱਟਦਾ ਨਹੀਂ। ਸ਼ਬਦ ਦਾ ਰਸ ਉਹਨੂੰ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ ਤੇ ਉਸ ਦਾ ਮਨਵਾ ਜਿਹੜਾ ਹੈ ਨਾ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ, ਕਿਉਂਕਿ ਉਹਨੂੰ ਗੁਰੂ ਦੁਆਰਾ ਪਤਾ ਲੱਗ ਜਾਂਦਾ ਹੈ, ਨਾਨਕ ਭਉਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ। ਉਹ ਵਾਹਿਗੁਰੂ ਪਰਮਾਤਮਾ ਦੀ ਜਿਹੜੀ ਨਾ ਸਿਫਤ ਸਲਾਹ ਦੇ ਗੀਤ ਆਪਣੀ ਜ਼ਿੰਦਗੀ ਦੇ ਅੰਦਰ ਗਾਉਂਦਾ ਹੈ। ਉਹਨੂੰ ਗੁਰੂ ਕੋਲੋਂ ਇਹ ਮੱਤ ਜਦੋਂ ਪ੍ਰਾਪਤ ਹੁੰਦੀ ਏ ਤੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਸਮਝ ਲੈਂਦਾ, ਦੁਨੀਆ ਨਾ ਸਲਾਏ ਜੋ ਮਰ ਵੰਜਸੀ, ਲੋਕਾਂ ਨਾ ਸਲਾਏ ਜੋ ਮਰ ਖਾਕ ਥੀ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਈਐ ਸੱਚਾ ਵੇ ਪਰਵਾਹ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਗੁਰੂ ਦਾ ਉਪਦੇਸ਼ ਕਮਾਨ ਵਾਲਾ ਜਿਹੜਾ ਹੈ ਉਸ ਦੇ ਅੰਦਰ ਸ਼ਬਦ ਦਾ ਰਸ ਲਗਾਤਾਰ ਬਣਿਆ ਰਹਿੰਦਾ ਹੈ, ਸ਼ਬਦ ਦੀ ਕਿਰਪਾ ਦਾ ਪਾਤਰ ਬਣਿਆ ਰਹਿੰਦਾ ਹੈ ਤੇ ਨਾਲ ਹੀ ਉਸ ਦਾ ਮਨਵਾ ਤੋਂ ਭਾਵ ਮਨ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਆਪਣੇ ਜੀਵਨ ਦੇ ਅੰਦਰ ਕਰਦਾ ਹੈ। ਵੱਡ ਭਾਗੀ ਗੁਰ ਦਰਸ਼ਨ ਪਾਇਆ, ਪਰ ਵਾਡੇ ਭਾਗਾਂ ਵਾਲਾ ਜਿਹੜਾ ਹੈ ਉਹ ਗੁਰੂ ਦੇ ਦਰਸ਼ਨ ਪਾਉਂਦਾ ਹੈ। ਸਾਧ ਸੰਗਤ, ਪਹਿਲੀ ਗੱਲ, ਜਦੋਂ ਕੋਈ ਵੀ ਭਗਤਾ ਆਪ ਜੀ ਦੇ ਨਾਲ ਬਚਨ ਸਾਂਝਾ ਕਰਦਾ ਹੈ ਨਾ ਤੇ ਇਹੋ ਹੀ ਆਖਦਾ ਹੈ, ਸਾਧ ਸੰਗਤ ਵੱਡੇ ਭਾਗਾਂ ਵਾਲੇ ਹੋ। ਇਹ ਕੋਈ ਫਾਰਮੈਲਿਟੀ ਨਹੀਂ, ਤੁਹਾਡੀ ਮੁਤਾਜੀ ਨਹੀਂ, ਬਲਕਿ ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਦਾ ਦਰਸ਼ਨ ਵੱਡੇ ਭਾਗਾਂ ਦੇ ਨਾਲ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ, ਕਿਉਂਕਿ ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਗੁਰੂ ਦੇ ਦਰਸ਼ਨ, ਗੁਰੂ ਦਾ ਦੀਦਾਰ ਵੱਡੇ ਭਾਗਾਂ ਵਾਲਿਆਂ ਨੂੰ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ। ਧੰਨ ਧੰਨ ਗੁਰੂ ਲਿਵ ਲਾਵੈ। ਮਹਾਰਾਜ ਆਖਦੇ ਨੇ, ਸਦਕੇ ਜਾਈਏ ਉਸ ਗੁਰੂ ਤੋਂ, ਸਦਕੇ ਜਾਈਏ ਉਸ ਗੁਰੂ ਤੋਂ ਜਿਹੜਾ ਸਾਧ ਸੰਗਤ ਵਾਹਿਗੁਰੂ ਪਰਮਾਤਮਾ ਦੇ ਨਾਲ ਲਿਵ ਜੋੜਨ ਵਿੱਚ ਸਹਾਈ ਹੁੰਦਾ ਹੈ, ਕਿਉਂਕਿ ਗੁਰੂ ਹੀ ਆਪਣੇ ਸ਼ਬਦ ਦੁਆਰਾ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਲਿਵ ਜੋੜਨ ਦੀ ਜਿਹੜੀ ਨਾ ਇਹ ਜੁਗਤੀ ਢੰਗ ਤਰੀਕਾ ਦੱਸਦਾ ਹੈ। ਵੈਸੇ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਰੋਜ਼ ਪੜ੍ਹਦੇ ਆਂ। ਆਨੰਦ ਸਾਹਿਬ ਦੇ ਅੰਦਰ 6ਵੀਂ ਪੌੜੀ ਦੇ ਅੰਦਰ ਕਿਰਪਾ ਕੀਤੀ, ਸਾਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਸ ਸਮਰਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੇ ਬਾਜੋ, ਕਿਆ ਕਰੇ ਵਿਚਾਰੀਆ। ਤੇ ਹੁਣ ਆਪਾਂ ਸੋਚਦੇ ਆਂ ਵੀ ਸ਼ਾਇਦ ਆਪਾਂ ਬੱਚਿਆਂ ਨੂੰ ਛੱਡ ਦਈਏ, ਪਰਿਵਾਰ ਨੂੰ ਛੱਡ ਦਈਏ, ਸੰਸਾਰ ਨੂੰ ਛੱਡ ਦਈਏ ਤੇ ਫਿਰ ਸਾਡੀ ਲਿਵ ਵਾਹਿਗੁਰੂ ਪਰਮਾਤਮਾ ਦੇ ਨਾਲ ਲੱਗੇਗੀ। ਨਹੀਂ, ਵੇਖੋ ਕਿੱਡਾ ਸੁੰਦਰ ਪ੍ਰਮਾਣ ਮਹਾਰਾਜ ਨੇ ਸਾਨੂੰ ਦਿੱਤਾ, ਬਾਣੀ ਦੇ ਰਾਹੀਂ ਸਮਝਾਇਆ। ਮਹਾਰਾਜ ਆਖਦੇ ਨੇ, ਪਿਆਰਿਓ ਜੈਸੀ ਅਗਨ ਉਦਰ ਮੈਂ ਤੈਸੀ ਵਾਰ ਮਾਇਆ। ਜਿਹੋ ਜੀ ਮਾਤਾ ਦੇ ਪੇਟ ਵਿੱਚ ਜਠਰ ਅਗਨੀ ਹੈ,
ਉਹੋ ਜੀ ਸੰਸਾਰ ਦੇ ਵਿੱਚ ਮਾਇਆ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਂ ਤਿਸ ਭਾਨਾ ਤਾ ਜੰਮਿਆ, ਪਰਵਾਰ ਭਲਾ ਪਾਇਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ। ਮਾਇਆ ਕੀ ਹੈ? ਸਾਧ ਸੰਗਤ, ਜਿਨੂੰ ਪੇਟ ਲੱਗਾ ਹੋਇਆ ਹੈ ਉਹਨੂੰ ਮਾਇਆ ਦੀ ਲੋੜ ਹੈ, ਕਿਉਂਕਿ ਕੱਪੜਾ ਵੀ ਚਾਹੀਦਾ ਹੈ, ਖਾਣ ਨੂੰ ਵੀ ਚਾਹੀਦਾ ਹੈ, ਰਹਿਣ ਨੂੰ ਵੀ ਚਾਹੀਦਾ ਹੈ। ਹੁਣ ਬਹੁਤ ਵਾਰੀ ਅਸੀਂ ਵੀ ਭੁਲੇਖਾ ਖਾ ਜਾਂਦੇ ਹਾਂ, ਟਪਲਾ ਖਾ ਜਾਂਦੇ ਹਾਂ। ਰੋਜ਼ ਬਾਣੀ ਪੜਨ ਵਾਲੇ ਫਲਾਣੇ ਮਹਾਂਪੁਰਸ਼ ਮਾਇਆ ਨੂੰ ਹੱਥ ਨਹੀਂ ਲਾਉਂਦੇ। ਮੇਰੀ ਬੇਨਤੀ, ਪਰ ਧਿਆਨ ਦੇਵਿਓ, ਰੋਟੀ ਖਾਂਦੇ ਨੇ ਨਾ, ਕੱਪੜਾ ਪਾਉਂਦੇ ਨੇ ਨਾ, ਕਾਰ ਦੇ ਉੱਤੇ ਚੜ੍ਹਦੇ ਨੇ ਨਾ, ਸਾਰੀਆਂ ਚੀਜ਼ਾਂ ਵਰਤਦੇ ਨੇ, ਤੇ ਇਹ ਕਾਹਦੇ ਨਾਲ ਆਉਂਦੀਆਂ ਨੇ ਜੀ? ਮੈਂ ਬੇਨਤੀ ਕਰ ਰਿਹਾ, ਇਹ ਕਾਹਦੇ ਨਾਲ ਆਉਂਦੀਆਂ ਨੇ? ਆਖਰ ਮਾਇਆ ਚਾਹੀਦੀ। ਤੇ ਸਤਿਗੁਰਾਂ ਦੀ ਪਾਵਨ ਬਾਣੀ ਨੇ ਇਹ ਨਿਰਣਾ ਦਿੱਤਾ ਹੈ, ਕਹੋ ਕਬੀਰ ਜਿਸ ਉਦਰ ਤਿਸ ਮਾਇਆ। ਜਿਨੂੰ ਉਦਰ ਲੱਗਾ ਹੈ, ਪੇਟ ਲੱਗਾ ਹੈ, ਉਹਨੂੰ ਪਿਆਰਿਓ ਮਾਇਆ ਦੀ ਲੋੜ ਹੈ। ਮਾਇਆ ਤੋਂ ਬਗੈਰ ਗੁਜ਼ਾਰਾ ਨਹੀਂ। ਪਰ ਮਾਇਆ ਦੀ ਪਰਿਭਾਸ਼ਾ ਬੜੀ ਸੁੰਦਰ ਸਮਝਾਈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਹਰ ਉਹ ਸ਼ੈ, ਉਹ ਚੀਜ਼ ਮਾਇਆ ਹੈ ਜਿਸ ਵਿੱਚ ਲੱਗ ਕੇ ਬੰਦਾ ਰੱਬ ਨੂੰ ਭੁੱਲ ਜਾਵੇ ਤੇ ਕੇਵਲ ਸੰਸਾਰ ਨਾਲ ਹੀ ਜੁੜ ਜਾਵੇ। ਮਹਾਰਾਜ ਆਖਦੇ ਨੇ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਪਰ ਅੱਗੇ ਕਿਰਪਾ ਕਰ ਦਿੱਤੀ, ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿਚੇ ਮਾਇਆ ਪਾਇਆ। ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ, ਉਹਨਾਂ ਨੇ ਸੰਸਾਰ ਵਿੱਚ ਰਹਿ ਕੇ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਆਪਣੇ ਜੀਵਨ ਦੇ ਅੰਦਰ ਕਰ ਲਈ। ਜੋਗੀਆਂ ਬਾਰੇ ਆਪਾਂ ਸਿੱਧ ਗੋਸ਼ਟ ਬਾਣੀ ਦੇ ਅੰਦਰ ਪੜ੍ਹਦੇ ਹਾਂ। ਉਹਨਾਂ ਨੇ ਸਵਾਲ ਬਾਬਾ ਜੀ ਦੇ ਉੱਤੇ ਕੀਤੇ, ਤੁਸੀਂ ਘਰ ਕਿਉਂ ਛੱਡਿਆ? ਭੇਖ ਕਿਉਂ ਧਾਰਨ ਕੀਤਾ ਹੈ? ਕਿਸ ਵਖਰ ਦੇ ਵਣਜਾਰੇ ਹੋ? ਤੇ ਆ ਜਿਹੜੇ ਤੁਹਾਡੇ ਸਿੱਖ ਤੁਹਾਡੇ ਮਗਰ ਲੱਗੇ ਹੋਏ ਨੇ, ਤੁਹਾਡੀ ਸਿੱਖਿਆ ਨੂੰ ਧਾਰਨ ਕਰਨ ਵਾਲੇ, ਇਹਨਾਂ ਦਾ ਪਾਰ ਉਤਾਰਾ ਕਿਵੇਂ ਕਰੋਗੇ? ਸਿੱਧ ਗੋਸ਼ਟ ਬਾਣੀ ਦੇ ਅੰਦਰ ਪੜ੍ਹਦੇ ਆਪਾਂ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਤੇ ਮਹਾਰਾਜ ਨੇ ਇਹਨਾਂ ਨੂੰ ਜਵਾਬ ਦਿੱਤਾ, ਗੁਰਮੁਖ ਖੋਜਤ ਭਇਓ ਉਦਾਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਹਮ ਵਣਜਾਰੇ, ਨਾਨਕ ਗੁਰਮੁਖ ਉਤਰ ਸਪਾਰੇ। ਪਿਆਰਿਓ, ਮੈਂ ਰੱਬ ਦੇ ਦਰਸ਼ਨ ਕਰਨ ਵਾਸਤੇ ਸੰਸਾਰ ਵਿੱਚ ਆਇਆ, ਗੁਰਮੁਖਾਂ ਨੂੰ ਭਾਲਣ ਵਾਸਤੇ ਆਇਆ, ਤੇ ਨਾਲ ਹੀ ਮੈਂ ਸੱਚ ਦਾ ਸੌਦਾ ਵੀ ਹਾਜ਼ਨ ਵਾਸਤੇ ਆਇਆ ਹਾਂ। ਤੇ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਕਿ ਜਿਹੜੇ ਤੁਹਾਡੇ ਮਗਰ ਲੱਗੇ ਨੇ, ਤੁਹਾਡੇ ਸੇਵਕ ਨੇ, ਇਹਨਾਂ ਦਾ ਪਾਰ ਉਤਾਰਾ ਕਿਵੇਂ ਹੋਵੇਗਾ? ਤੇ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ, ਜਿਹੜੇ ਗੁਰਮੁਖ ਬਣ ਕੇ ਆਪਣੇ ਜੀਵਨ ਦੇ ਅੰਦਰ ਵਿਚਰਨਗੇ, ਉਹ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣ ਜਾਣਗੇ, ਇਸ ਭਵਸਾਗਰ ਤੋਂ ਪਾਰ ਲੰਘ ਜਾਣਗੇ। ਫਿਰ ਉਹਨਾਂ ਸਵਾਲ ਕੀਤਾ, ਮਹਾਰਾਜ ਅਸੀਂ ਸੰਸਾਰ ਨੂੰ ਛੱਡਿਆ, ਅਸੀਂ ਪਰਿਵਾਰ ਨੂੰ ਛੱਡਿਆ, ਤੇ ਤੁਸੀਂ ਭਲਾ ਸੰਸਾਰ ਪਰਿਵਾਰ ਵਿੱਚ ਰਹਿ ਕੇ ਕਿਵੇਂ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੋਗੇ? ਤੇ ਮਹਾਰਾਜ ਆਖਦੇ ਨੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਿਸ਼ਾਨੇ, ਸ਼ਬਦ ਸੁਰਤ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਜਦੋਂ ਸ਼ਬਦ ਦੇ ਵਿੱਚ ਸੁਰਤੀ ਜੁੜ ਜਾਵੇਗੀ, ਸ਼ਬਦ ਵਿੱਚ ਸੁਰਤੀ ਲੱਗ ਜਾਵੇਗੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਨੇ ਨਾ, ਮਹਾਰਾਜ ਆਖਦੇ ਨੇ, ਸਤਿਗੁਰ ਕੀ ਪ੍ਰਤੀਤ ਨ ਆਇਆ, ਸ਼ਬਦ ਨ ਲਾਗੋ ਭਾਉ, ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਫਿਰ ਧਿਆਨ ਦੇਵਿਓ ਸਾਧ ਸੰਗਤ,
ਆਪਾਂ ਪੜ੍ਹਦੇ ਹਾਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ, ਜੇ ਪ੍ਰਤੀਤ ਨਹੀਂ, ਸ਼ਬਦ ਨਾਲ ਪਿਆਰ ਨਹੀਂ ਲੱਗਾ, ਤੇ ਮਹਾਰਾਜ ਆਖਦੇ ਨੇ ਭਾਵੇਂ 100 ਵਾਰੀ ਗੁਰੂ ਕੋਲ ਆ, ਪਰ ਤੈਨੂੰ ਜੀਵਨ ਦੇ ਅੰਦਰ ਸੁਖ ਨਹੀਂ ਮਿਲ ਸਕਦਾ। ਕਿਉਂਕਿ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿਤਿ ਆਏ ਸੰਸਾਰਾ। ਜਿਨ੍ਹਾਂ ਨੇ ਸ਼ਬਦ ਨਾਲ ਸੁਰਤੀ ਨੂੰ ਨਹੀਂ ਜੋੜਿਆ, ਮਹਾਰਾਜ ਆਖਦੇ ਨੇ ਜਿਵੇਂ ਕਮਲ ਫੁੱਲ ਪਾਣੀ ਦੇ ਵਿੱਚ ਹੈ, ਪਰ ਪਾਣੀ ਤੋਂ ਨਿਰਲੇਪ ਹੈ, ਮੁਰਗਾਬੀ ਪਾਣੀ ਵਿੱਚੋਂ ਹੀ ਉਡਾਰੀ ਮਾਰਦੀ ਹੈ। ਜਿਹੜੇ ਗੁਰਸਿੱਖ ਗੁਰਮੁਖ ਬਣ ਕੇ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤੀ ਨੂੰ ਜੋੜਦੇ ਨੇ, ਸ਼ਬਦ ਗੁਰੂ ਵਾਰੀ ਜਿਹੜੀ ਗੱਲ ਹੈ, ਸੁਰਤ ਤੁਨ ਚੇਲਾ ਵਾਰੀ ਅਵਸਥਾ ਬਣਾਉਂਦੇ ਨੇ, ਸੋਨੇ ਕੀ ਸੋਈ ਰੂਪੇ ਕਾ ਧਾਗਾ ਵਾਰੀ ਅਵਸਥਾ ਆਪਣੇ ਜੀਵਨ ਦੇ ਅੰਦਰ ਬਣਾਉਂਦੇ ਨੇ, ਉਹ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ। ਉਹਨਾਂ ਦੀ ਦੇਵ ਹਰ ਵੇਲੇ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਏ। ਭਾਵੇਂ ਉਹਨਾਂ ਦਾ ਬੰਦ ਕੱਟਿਆ ਜਾਵੇ, ਭਾਵੇਂ ਉਹਨਾਂ ਦੀ ਸਾਧ ਸੰਗਤ ਖੋਪਰ ਲੈ ਜਾਣ, ਭਾਵੇਂ ਉਹਨਾਂ ਦੇ ਸਾਧ ਸੰਗਤ ਸਰੀਰ ਦਾ ਕੋਈ ਅੰਗ ਸਰੀਰ ਨਾਲੋਂ ਅੱਡ ਹੋ ਜਾਵੇ, ਪਰ ਲਿਵ ਜਿਹੜੀ ਹੈ ਉਹਨਾਂ ਦੀ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ। ਗੁਰਮੁਖ ਹਰ ਲਿਵ ਲਾਵੈ। ਇਹ ਹੈ ਰਹਾਉ ਦਾ ਬੰਦ। ਗੁਰੂ ਦੇ ਸਨਮੁਖ ਹੋਣ ਵਾਲਾ ਵਾਹਿਗੁਰੂ ਪਰਮਾਤਮਾ ਦੇ ਨਾਲ ਆਪਣੀ ਲਿਵ ਜੋੜੀ ਰੱਖਦਾ ਹੈ। ਕਿਆ ਇਉਂ ਕਹਿ ਰਹੀਏ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਚੱਲਦੇ ਨੇ, ਉਹਨਾਂ ਦੀ ਲਿਵ, ਉਹਨਾਂ ਦੀ ਸੁਰਤੀ ਹਰ ਵੇਲੇ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਜਿਹੜੀ ਨਾ ਉਹ ਜੁੜੀ ਰਹਿੰਦੀ ਹੈ। ਕਿਉਂਕਿ ਅਵਸਥਾ ਹੁੰਦੀ ਪਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦੈ ਚਾਤ੍ਰਿਕ ਮੌਲਾ। ਗੁਰਮੁਖ ਜਿਹੜੇ ਨੇ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਚੱਲਦੇ ਨੇ, ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਹਾਂ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਹੋਈ, ਜਿਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨ ਜਾਣੇ ਕੋਏ, ਕਹਿ ਨਾਨਕ ਸੁਨੋ ਸੰਤੋ, ਸੋ ਸਿੱਖ ਸਨਮੁਖ ਹੋਏ। ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ, ਗੁਰੂ ਦੇ ਪਰਨੇ ਹੋ ਕੇ ਚੱਲਦਾ ਹੈ, ਗੁਰੂ ਦੀ ਮੱਤ ਅਨੁਸਾਰ ਚੱਲਦਾ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ ਵਾਲੀ ਗੱਲ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ ਹੈ, ਮਹਾਰਾਜ ਆਖਦੇ ਨੇ ਉਹਨਾਂ ਦੀ ਲਿਵ ਹਰ ਵੇਲੇ ਸੁਰਤੀ, ਭਾਵੇਂ ਉਹ ਦੁਨੀਆ ਦੇ ਅੰਦਰ ਰਹਿਣ, ਪਰ ਉਹਨਾਂ ਦੀ ਅਵਸਥਾ ਕੀ ਹੈ? ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲੇ ਰਾਮ ਨ ਲਾਵੋ ਚੀਤ। ਨਾਮਾ ਕਹੇ ਤਲੋਚਨਾ ਮੁਖਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਗੁਰਮੁਖਾਂ ਦੀ, ਵਾਹਿਗੁਰੂ ਦੇ ਪਿਆਰਿਆਂ ਦੀ ਸੁਰਤੀ ਹਮੇਸ਼ਾ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ। ਰਹਾਉ ਹਮਰਾ ਠਾਕੁਰ ਸਤਿਗੁਰ ਪੂਰਾ। ਮੇਰਾ ਪੂਰਾ ਗੁਰੂ ਹੀ ਮੇਰਾ ਠਾਕੁਰ ਹੈ, ਮੇਰਾ ਮਾਲਕ ਹੈ, ਮੇਰਾ ਸੁਆਮੀ ਹੈ। ਸਾਧ ਸੰਗਤ ਆਪਾਂ ਰੋਜ਼ ਪੜ੍ਹਦੇ ਹਾਂ, ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਮੇਰੇ ਵਾਸਤੇ ਕੇਵਲ ਤੇ ਕੇਵਲ ਮੇਰਾ ਗੁਰੂ ਹੀ ਸਭ ਕੁਝ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮੇਰਾ ਪੂਰਾ ਗੁਰੂ ਹੀ ਮੇਰਾ ਠਾਕੁਰ ਹੈ, ਮੇਰਾ ਮਾਲਕ ਹੈ। ਮਾਨ ਗੁਰ ਕੀ ਕਾਰ ਕਮਾਵੈ। ਤੇ ਮੇਰਾ ਮਨ ਹੁਣ ਗੁਰੂ ਦੀ ਦੱਸੀ ਕਾਰ ਕਮਾ ਰਿਹਾ ਹੈ। ਕਿਉਂਕਿ ਸਾਧ ਸੰਗਤ ਗੁਰਸਿੱਖੀ ਦਾ ਕਰਮ ਇਹ, ਗੁਰ ਫਰਮਾਏ ਗੁਰ ਸਿੱਖ ਕਰਨਾ। ਗੁਰੂ ਦੀ ਸਿੱਖੀ ਕਮਾਉਣ ਵਾਲਾ ਸਿੱਖ ਜਿਹੜਾ ਹੈ, ਉਹ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਅੰਦਰ ਕਮਾਉਂਦਾ ਹੈ, ਕਿੰਤੂ ਨਹੀਂ ਕਰਦਾ। ਜੇ ਗੁਰੂ ਆਖਦਾ ਹੈ ਅੰਮ੍ਰਿਤ ਵੇਲੇ ਜਾਗਣਾ, ਜਾਗਣਾ, ਬਾਣੀ ਪੜ੍ਹਨੀ ਹੈ, ਪੜ੍ਹਨੀ, ਸਤ ਸੰਗਤ ਵਿੱਚ ਜਾਣਾ, ਜਾਣਾ, ਇਹ ਗੱਲਾਂ ਉਹ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ ਹੈ। ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਨਾ, ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਬਿਨਾ ਨਾ ਸਿੱਖਿਆ ਖਾਏ, ਰਹਿਤ ਬਿਨਾ ਦਰ ਝੋਟਾਂ ਖਾਏ। ਮਹਾਰਾਜ ਆਖਦੇ ਨੇ ਮੇਰਾ ਪੂਰਾ ਗੁਰੂ ਹੀ ਮੇਰਾ ਮਾਲਕ ਹੈ, ਤੇ ਮੈਂ ਗੁਰੂ ਦੀ ਦੱਸੀ ਹੋਈ ਕਾਰ ਕੰਮ ਆਪਣੇ ਜੀਵਨ ਦੇ ਅੰਦਰ ਕਰਦਾ ਹਾਂ।
ਹਮ ਮਲ ਮਲ ਧੋਵਹਿ ਪਾਵ ਗੁਰੂ ਕੇ, ਜੋ ਹਰ ਹਰ ਕਥਾ ਸੁਣਾਵੈ। ਜਿਹੜਾ ਗੁਰੂ ਮੈਨੂੰ ਵਾਹਿਗੁਰੂ ਪਰਮਾਤਮਾ ਦੀ ਕਥਾ ਸੁਣਾਉਂਦਾ ਹੈ, ਸਿਫਤ ਸਲਾਹ ਦੇ ਨਾਲ ਜੋੜਦਾ ਹੈ, ਉਸ ਗੁਰੂ ਤੋਂ ਮੈਂ ਇੰਨਾ ਕੁ ਸਦਕੇ ਜਾਣਾ, ਇੰਨਾ ਕੁ ਕੁਰਬਾਨ ਜਾਣਾ, ਮੈਂ ਉਸ ਦੇ ਪੈਰ ਜਿਹੜੇ ਨਾ ਉਹ ਮਲ ਮਲ ਕੇ ਧੋਣਾ। ਇਸ ਦਾ ਭਾਵ ਹੈ ਨਿਮਰਤਾ ਨੂੰ ਧਾਰਨ ਕਰਕੇ ਮੈਂ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ। ਕਿਉਂਕਿ ਮਹਾਰਾਜ ਨੇ ਬਚਨ ਕੀਤਾ ਨਾ, ਬਲਿਹਾਰੀ ਗੁਰ ਆਪਨੇ ਦਿਉ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ, ਕਿਉਂਕਿ ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੋ ਅਨਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਮੈਂ ਉਸ ਗੁਰੂ ਤੋਂ ਸਦਕੇ ਜਾਣਾ, ਕੁਰਬਾਨ ਜਾਣਾ। ਨਿਮਰਤਾ ਨਾਲ ਮੈਂ ਆਪਣੇ ਸਤਿਗੁਰੂ ਜੀ ਦੇ ਪੈਰ ਜਿਹੜੇ ਨੇ ਨਾ ਉਹ ਧੋ ਧੋ ਕੇ ਜਿਹੜਾ ਨਾ ਮਲ ਮਲ ਕੇ ਧੋਂਦਾ ਹਾਂ, ਤੇ ਨਾਲ ਹੀ ਮੈਂ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣਦਾ। ਕਿਉਂਕਿ ਸਤਿਗੁਰੂ ਮੈਨੂੰ ਹਰੀ ਦੀਆਂ ਕਥਾ ਸੁਣਾਉਂਦਾ। ਐਸੇ ਸਤਿਗੁਰੂ ਦਾ ਮੈਂ ਧੰਨਵਾਦ ਸਤਿਕਾਰ ਮਾਨ ਆਪਣੇ ਜੀਵਨ ਦੇ ਅੰਦਰ ਕਰਦਾ ਹਾਂ। ਹਿਰਦੈ ਗੁਰਮਤਿ ਰਾਮ ਰਸਾਇਣ, ਗੁਰੂ ਦੀ ਮੱਤ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਰਾਮ ਰਸਾਇਣ, ਰਸਾਇਣ ਤੋਂ ਭਾਵ ਹੈ ਰਸਾਂ ਦਾ ਘਰ। ਵਾਹਿਗੁਰੂ ਪਰਮਾਤਮਾ ਸਾਰੇ ਰਸਾਂ ਦਾ ਘਰ ਹੈ। ਮਹਾਰਾਜ ਆਖਦੇ ਨੇ, ਗੁਰੂ ਦੀ ਮੱਤ ਦੁਆਰਾ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਵਾਹਿਗੁਰੂ ਜਿਹੜਾ ਰਸਾਂ ਦਾ ਘਰ ਹੈ ਆ ਕੇ ਵਸ ਜਾਂਦਾ ਹੈ। ਜਿਹਵਾ ਹਰ ਗੁਣ ਗਾਵੈ, ਉਹ ਅੱਠੇ ਪੈਰ ਆਪਣੀ ਜੀਵ ਦੇ ਨਾਲ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਨੇ। ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਸ ਮਨ ਉਪਜਿਓ, ਸਗਲੇ ਦੁਖ ਪਲਾਇਨ। ਕਿਉਂਕਿ ਗੁਰੂ ਆਪਣੇ ਉਪਦੇਸ਼ ਦੁਆਰਾ, ਗੁਰੂ ਆਪਣੀ ਮੱਤ ਦੁਆਰਾ ਉਹਨਾਂ ਨੂੰ ਸਮਝਾ ਦਿੰਦਾ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਹੁਣ ਪੁੱਛੀਏ ਸਤਿਗੁਰੂ ਨੂੰ, ਸਤਿਗੁਰੂ ਜੀ ਰਸ ਦੁਨੀਆ ਦੇ ਅੰਦਰ ਕਿੰਨੇ ਕੁ ਨੇ? ਤੇ ਮਹਾਰਾਜ ਨੇ ਇੱਕ ਰਸ ਨਹੀਂ, ਦੋ ਰਸ ਨਹੀਂ, ਬਲਕਿ ਕਈ ਰਸਾਂ ਦਾ ਜ਼ਿਕਰ ਆਪਣੀ ਪਾਵਨ ਬਾਣੀ ਦੇ ਅੰਦਰ ਕੀਤਾ ਹੈ। ਰਸ ਸੋਇਨਾ, ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਸੇਜਾ, ਰਸ ਘੋੜੇ ਮੰਦਰ, ਰਸ ਮਿੱਠਾ, ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰਦਾ ਹੈ ਉਹਨਾਂ ਦੇ ਅੰਦਰ ਰਸਾਂ ਦਾ ਘਰ ਵਾਹਿਗੁਰੂ ਪਰਮਾਤਮਾ ਵਸ ਜਾਂਦਾ ਹੈ, ਤੇ ਅੱਠੇ ਪੈਰ ਉਹ ਆਪਣੀ ਜੀਵ ਦੇ ਨਾਲ ਵਾਹਿਗੁਰੂ ਪਰਮਾਤਮਾ ਦੀ ਉਸਤਤ ਕਰਦੇ ਹਨ। ਮਾਨ ਰਸਕ ਰਸਕ ਹਰ ਰਸ ਆਗਾਨੇ, ਫੇਰ ਬਹੁਰ ਨਾ ਭੂਖ ਲਗਾਵੇ। ਮਨ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਰੂਪੀ ਰਸ ਚੱਕ ਕੇ ਉਹ ਰਾਜ ਜਾਂਦੇ ਹਨ। ਫਿਰ ਉਹਨਾਂ ਦੀਆਂ ਦੁਨਿਆਵੀ ਸਾਰੀਆਂ ਭੁੱਖਾਂ ਜਿਹੜੀਆਂ ਨੇ ਮੁੱਕ ਜਾਂਦੀਆਂ ਨੇ। ਕੋਈ ਕਰੈ ਉਪਾਵ ਅਨੇਕ ਬਹੁ ਤੇਰੇ, ਬਿਨ ਕਿਰਪਾ ਨਾਮ ਨਾ ਪਾਵੈ। ਨਾਮ ਜ਼ਿੰਦਗੀ ਦੇ ਅੰਦਰ ਜਪਣਾ ਹੈ, ਪਰ ਨਾਮ ਵਾਹਿਗੁਰੂ ਦੀ ਕਿਰਪਾ ਤੋਂ ਬਗੈਰ ਪ੍ਰਾਪਤ ਨਹੀਂ ਹੁੰਦਾ। ਕਿਉਂਕਿ ਮਹਾਰਾਜ ਦੇ ਪਾਵਨ ਬਚਨ ਨੇ, ਆਪ ਜਪਾਏ ਜਪੇ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਜਿਨ੍ਹਾਂ ਕੋਲੋਂ ਆਪਣਾ ਨਾਮ ਜਪਾਂਦਾ ਕਿਰਪਾ ਕਰਕੇ, ਉਹੀ ਨਾਮ ਜਪਦੇ ਨੇ। ਹਾਂ, ਨਾਮ ਨੂੰ ਛੱਡ ਕੇ ਲੋਕ ਬਹੁਤ ਸਾਰੇ ਕਰਮ ਕਰਦੇ ਨੇ, ਪਰ ਉਹਨਾਂ ਕਰਮਾਂ ਦੀ ਕੀਮਤ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਨਹੀਂ ਪੈਂਦੀ। ਜਿਵੇਂ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾਂ ਸਿਉ ਸੰਗ ਨ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲ ਨ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਬਵੇਕਾ। ਮਹਾਰਾਜ ਆਖਦੇ ਨੇ, ਜਿਨ੍ਹਾਂ ਉੱਤੇ ਕਿਰਪਾ ਕਰਦਾ ਹੈ
ਉਹ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ ਤੇ ਬਾਕੀ ਕਰਮ ਜਿਹੜੇ ਨੇ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਦੇਖੇ ਨਹੀਂ ਪੈਂਦੇ। ਜਨ ਨਾਨਕ ਕੋ ਹਰ ਕਿਰਪਾ ਧਾਰੀ, ਮਤ ਗੁਰਮਤ ਨਾਮ ਦਿਰੜਾਵੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਅਖੀਰ ਵਿੱਚ ਕਿਰਪਾ ਕਰਦੇ ਨੇ, ਜਿਨ੍ਹਾਂ ਉੱਤੇ ਉਹ ਵਾਹਿਗੁਰੂ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ। ਉਹ ਮਤ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਦ੍ਰਿੜ ਕਰ ਲੈਂਦੇ ਨੇ, ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ। ਆਪ ਜੀ ਬਹੁਤ ਵਾਰੀ ਇਹ ਬਚਨ ਪੜ੍ਹਦੇ ਹੋ, ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪਨੋ ਕਰ ਲੀਨਾ, ਮਨ ਵਸਿਆ ਅਬਨਾਸੀ। ਸਤਿਗੁਰੂ ਅਨੇਕਾਂ ਤਰੀਕਿਆਂ ਦੇ ਨਾਲ ਸਾਨੂੰ ਸੋਝੀ ਦਿੰਦੇ ਨੇ ਤੇ ਨਾਲ ਦੀ ਨਾਲ ਨਾਮ ਜਪਣ ਦੀ ਪ੍ਰੇਰਣਾ ਕਰਦੇ ਨੇ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਅਸੀਂ ਜੀਵਨ ਦੇ ਅੰਦਰ ਗੁਰੂ ਕੀ ਮੱਤ ਨੂੰ ਜੀਵਨ ਦੇ ਅੰਦਰ ਧਾਰਨ ਕਰੀਏ। ਗੁਰਬਾਣੀ ਕੀਰਤਨ, ਗੁਰਬਾਣੀ ਪਾਠ, ਗੁਰਬਾਣੀ ਕਥਾ ਜੀਵਨ ਦੇ ਅੰਦਰ ਸਰਵਨ ਕਰੀਏ ਤੇ ਨਾਲ ਦੀ ਨਾਲ ਭਾਈ ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ ਦਾਤਾ ਹੈ ਨਾ, ਉਸ ਦੇ ਚਰਨਾਂ ਵਿੱਚ ਅਰਦਾਸ ਕਰੀਏ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਫਿਰ ਲੋਕ ਨਾਲ ਪਰਲੋਕ ਸੌਰੇਗਾ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਜਿੱਥੇ ਸਤਿਗੁਰਾਂ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ, ਸਮੁੱਚਾ ਪ੍ਰਬੰਧ ਜਿਨ੍ਹਾਂ ਨੇ ਸਾਧ ਸੰਗਤ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ, ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਉਡੀਕਿਆ ਤੇ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਤੇ ਕੁਝ ਬਚਨ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਿਰਪਾ ਨਾਮ ਨਾ ਪਾਵੈ, ਜਨ ਨਾਨਕ ਕੋ ਹਰ ਕਿਰਪਾ ਧਾਰੀ, ਮਤ ਗੁਰਮਤ ਨਾਮ ਦਿਰੜਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।